अगर जापानी लोग इन्ने ही अच्छे ने तो ये अपने फैमिली दे विच इकट्ठियां क्यों नहीं रहिंदे। मिसाल के तौर पर वालदैन ते बच्चे खास तौर पर क्यों नहीं इकट्ठे रहिंदे। जो मैं नवा आया सा मैं भी इन्हां चीज़ों के बारे च बहुत ज़्यादा सोचना सा, परेशान होंदा सा, लेकिन मैं फिर महसूस किया कि इन्हां दा जिहड़ा जापानियां दा मुआशरती ते सकाफती निज़ाम है, जिहड़ा तर्ज़ ज़िंदगी इन्हां दा ओह दूजे मुल्कां दे नालों साडे खास तौर पर दूजे एशिया के मुल्क ने जिहड़े इंडिया, बांग्लादेश, नेपाल, इन्हां तो बहुत ज़्यादा मुख्तलिफ है। जापान दे विच ना खुद मुख्तारी नूं बहुत ज़्यादा अहमियत हासिल है। मिसाल के तौर पर बच्चे जदों यूनीवर्सिटी दे विच जांदे ने या कोई नौकरी शुरू करते हैं तो वह फौरन अपने माँ बाप तो अलहदा होना पसंद करते हैं। तो माँ बाप जोड़े ने वो इस चीज़ तो खुश होंगे ने कि साड़ा बच्चा हुण खुद मुख्तार हो गया, वो खुद अपनी जॉब करेगा, अपना बर्डन खुद उठाएगा। ये नहीं होंदा कि बिल्कुल वालदैन की सपोर्ट बच्चे नाल नहीं होंदी। बच्चे नूं पता होंदा है कि अगर मैनूं जरूरत पेगी तो मेरे वालदैन मेरी मदद करनगे। तो वालदैन जिहड़े ने वो भी जबरदस्ती बच्चे नूं ये नहीं आखदे कि असीं तेरी हर जरूरत पूरी करांगे। बच्चा जिहड़ा हत्तुल इम्कान कोशिश करता है कि मैं अपनी सारियां जरूरतां अज तो बाद खुद पूरियां करांगा। तो वालदैन जिहड़े ने वो बच्चे उत्ते नज़र रखते हैं तो वो बच्चे नूं जिथे ਉਹਨੂੰ सपोर्ट की जरूरत होवे तो वालदैन ਉਹਨੂੰ थोड़ी सपोर्ट करते हैं, पूरी सपोर्ट नहीं करते, ताकि यह पूरा क्या खराब ना हो जाए। उस तो इलावा जापानी मुआशरे ਦੇ ਵਿੱਚ ਵੀ ਕਈ ਚੀਜ਼ਾਂ ਬੁਰੀਆਂ ਚੱਲਦੀਆਂ ਨੇ ਜਿਹਦੇ ਵਿੱਚ ਇਹਨਾਂ ਨੂੰ ਵੀ ਕਾਫੀ ਪ੍ਰੋਬਲਮ ਹੁੰਦੀ। ਮਿਸਾਲ ਦੇ ਤੌਰ ਤੇ ਸਿੰਗਲ ਮਦਰਸ ਜਾਂ ਫਾਦਰਲੈਸ ਸੁਸਾਇਟੀ ਕਾਫੀ ਵੱਧਦੀ ਪਈ ਹੈ। ਮਿਸਾਲ ਦੇ ਤੌਰ ਤੇ ਕੁਝ ਔਰਤਾਂ ਜਿਹੜੀਆਂ ਨੇ ਉਹ 2 4 5 ਸਾਲ ਕਿਸੇ ਬੰਦੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੀਆਂ ਨੇ, ਸ਼ਾਦੀ ਨਹੀਂ ਕਰਦੀਆਂ, ਉਸ ਦੌਰਾਨ 2-3 ਬੱਚੇ ਪੈਦਾ ਕਰ ਲੈਂਦੀਆਂ ਨੇ ਤੇ ਉਸ ਬੰਦੇ ਤੋਂ ਅਲੱਗ ਇਖਤਿਆਰ ਕਰ ਲੈਂਦੀਆਂ ਨੇ। ਹੁੰਦਾ ਹੈ ਕਿ ਉਹ ਜਦੋਂ ਅਲੱਗ ਇਖਤਿਆਰ ਕਰਦੀਆਂ ਨੇ ਉਹ ਬੱਚੇ ਦੀ ਕਾਫੀ ਗੌਰਮੈਂਟ ਵੱਲੋਂ ਸਪੋਰਟ ਮਿਲਦੀ ਹੈ, ਪੈਸੇ ਵਗੈਰਾ ਵੀ ਮਿਲਦੇ ਨੇ। ਹੁਣ ਇੱਕ ਬੱਚਾ ਜਿਹੜਾ ਜਿਹਦੇ ਕੋਲ ਮਾਂ ਬਾਪ ਦੋਨੋਂ ਹੋਣ ਉਹਦੀ ਪਰਵਰਿਸ਼ ਤੇ ਜਿਹਦੇ ਕੋਲ ਸਿਰਫ ਮਾਂ ਹੋਵੇ ਉਹਦੀ ਪਰਵਰਿਸ਼ 'ਚ ਜ਼ਾਹਿਰ ਗੱਲ ਹੈ ਫ਼ਰਕ ਪਏਗਾ। ਫਿਰ ਵੀ ਇੱਥੋਂ ਦਾ ਨਿਜ਼ਾਮ ਇਸ ਤਰ੍ਹਾਂ ਦਾ ਹੈ ਕਿ ਮਾਂ ਚਾਹ ਕੇ ਵੀ ਬੱਚੇ ਨੂੰ ਨਾ ਸਕੂਲ ਤੋਂ ਰੋਕ ਨਹੀਂ ਸਕਦੀ ਕਿ ਬੱਚੇ ਨੂੰ ਸਕੂਲ ਭੇਜਣਾ ਪਏਗਾ। ਯਾਨੀ ਕਿ ਜਾਪਾਨ ਦੇ ਵਿੱਚ ਇੱਕ ਐਸਾ ਨਿਜ਼ਾਮ ਤਾਲੀਮ ਬਿਲ ਜ਼ਬਰ ਦੇ ਤੌਰ 'ਤੇ ਉਹਨੂੰ ਕਿਹਾ ਜਾਂਦਾ ਹੈ ਕਿ ਮਿਸਾਲ ਕਿ ਬੱਚਾ ਅਗਰ ਸਕੂਲ ਨਹੀਂ ਜਾਂਦਾ ਤੇ ਉਹ ਜਿਹੜੇ ਸਕੂਲ ਦੇ ਬੰਦੇ ਨੇ ਉਹ ਬਕਾਇਦਾ ਘਰ ਆ ਜਾਂਦੇ ਨੇ। ਮੇਰੇ ਇਹ ਘਰ ਦੇ ਨਾਲ ਇੱਕ ਔਰਤ ਜਿਹੜੀ ਹੈ ਉਹਦੇ ਬੱਚੇ ਸਕੂਲ ਨਹੀਂ ਸਨ ਜਾਂਦੇ, ਕੋਈ ਪ੍ਰੋਬਲਮ ਹੋ ਗਈ ਤੇ ਉਹ ਘਰ ਆ ਕੇ ਕਿੰਨੇ ਦੇਰ ਘੰਟੇ ਦਰਵਾਜ਼ੇ ਦੇ ਬਾਹਰ ਖੜੇ ਰਹਿੰਦੇ ਸਨ, ਵੇਟ ਕਰਦੇ ਰਹਿੰਦੇ ਸਨ ਕਿ ਇਹ ਬੱਚੇ ਕਿੱਥੇ ਗਏ ਨੇ। ਉਹ ਯਾਨੀ ਕਿ ਉਹ ਪੂਰਾ ਨਿਜ਼ਾਮ ਹੈ ਇੱਕ ਬੜਾ, ਬੱਚਿਆਂ ਦੀ ਬਹੁਤ ਦੇਖਭਾਲ ਕੀਤੀ ਜਾਂਦੀ ਹੈ। ਵਾਲदैन ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਕਿਉਂ ਨਹੀਂ ਰਹਿੰਦੇ, ਉਹਦੀ ਵੀ ਦੋ ਵਜੂਹਾਤ ਨੇ, ਇੱਕ ਅੱਛੀ ਇੱਕ ਬੁਰੀ ਹੈ। ਅੱਛੀ ਵਜ੍ਹਾ ਇਹ ਹੈ ਕਿ ਵਾਲदैन ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚਿਆਂ ਤੋਂ ਅਲੱਗਾ ਇਸ ਵਜ੍ਹਾ ਤੋਂ ਹੋ ਜਾਂਦੇ ਨੇ ਕਿ ਅਸੀਂ ਆਪਣੀ ਬਾਕੀ ਜ਼ਿੰਦਗੀ ਜਿਹੜੀ ਨਾ ਸਕੂਨ ਦੀ ਗੁਜ਼ਾਰਨਾ ਚਾਹੁੰਦੇ ਹਾਂ ਸਾਈਡ 'ਤੇ ਆਪਣਾ ਜਿੱਥੇ ਉਹਨਾਂ ਦਾ ਕੋਈ ਪਿੰਡ ਪੁੰਡ ਹੁੰਦਾ ਉੱਥੇ, ਅਤੇ ਉਹ ਆਪਣੇ ਬੱਚਿਆਂ ਨਾਲੋਂ ਖੁਦ ਅਲੱਗਾ ਹੋ ਜਾਂਦੇ ਨੇ। ਅਤੇ ਕਈ ਵਾਲदैन ਜਿਹੜੇ ਨੇ ਬੁਰੀ ਚੀਜ਼ ਹੈ ਕਿ ਉਹ ਮਜਬੂਰਨ ਉਹਨਾਂ ਨੂੰ ਅਲੱਗਾ ਹੋਣਾ ਪੈਂਦਾ ਕਿਉਂਕਿ ਉਹ ਆਪਣੇ ਬੱਚਿਆਂ ਨਾਲ ਸ਼ਹਿਰ 'ਚ ਨਹੀਂ ਰਹਿ ਸਕਦੇ, ਉਹਨਾਂ ਦੇ ਬੱਚੇ ਉਹਨਾਂ ਨੂੰ ਅਫੋਰਡ ਨਹੀਂ ਕਰ ਸਕਦੇ। ਇਸ ਵਜ੍ਹਾ ਤੋਂ ਉਹਨੂੰ ਮਜਬੂਰਨ ਜਾਂ ਉਹਨਾਂ ਨੂੰ ਆਪਣੇ ਪੁਰਾਣੇ ਘਰ 'ਚ ਰਹਿਣਾ ਪੈਂਦਾ ਅਤੇ ਜਾਂ ਉਹਨਾਂ ਨੂੰ ਓਲਡ ਹੋਮ ਜਾਣਾ ਪੈਂਦਾ ਅਗਰ ਉਹਨਾਂ ਦੀ ਮਜ਼ੀਦ ਫਾਈਨੈਂਸ਼ੀਅਲੀ ਹਾਲਤ ਜਿਹੜੀ ਅਗਰ ਇੰਨੀ ਸਟਰੋਂਗ ਨਹੀਂ ਹੈ। ਅਤੇ ਆਖਿਰ ਤੇ ਮੈਂ ਇਹ ਕਹਾਂਗਾ ਕਿ ਜਾਪਾਨੀ ਲੋਕ ਜਿਹੜੇ ਨੇ ਉਹ ਇੰਨੇ ਬੁਰੇ ਨਹੀਂ ਹੁੰਦੇ। ਸਾਡਾ ਜਿਹੜਾ ਪਿਆਰ ਕਰਨ ਦਾ ਤਰੀਕਾ ਹੋਰ ਹੈ, ਇਹਨਾਂ ਦਾ ਪਿਆਰ ਕਰਨ ਦਾ ਤਰੀਕਾ ਹੋਰ ਹੈ। ਇਹ ਬਾਕਾਇਦਾ ਆਪਣੀ ਫੈਮਿਲੀ ਦੇ ਨਾਲ ਰਾਬਤੇ 'ਚ ਵੀ ਰਹਿੰਦੇ ਨੇ, ਜਿਸ ਤਰ੍ਹਾਂ ਸਾਡਾ ਜੁਆਇੰਟ ਫੈਮਿਲੀ ਸਿਸਟਮ ਹੈ, ਦਾਦਾ ਦਾਦੀ ਨਾਨਾ ਨਾਨੀ ਇਕੱਠੇ ਰਹਿੰਦੇ ਆ, ਲੜਾਈ ਝਗੜਾ ਕਰਨੇ ਆ, ਸ਼ੋਰੋ ਗੁਲ ਕਰਨੇ ਆ, ਲੜਨੇ ਆ, ਝਗੜਨੇ ਆ। ਇਹਨਾਂ ਚੀਜ਼ਾਂ ਤੋਂ ਬਹੁਤ ਜ਼ਿਆਦਾ ਦੂਰ ਭੱਜਦੇ ਨੇ। ਮਤਲਬ ਇੱਕ ਇਹ ਥੋੜ੍ਹੀ ਜਿਹੀ ਸਪੇਸ ਅਗਰ ਇੱਕ ਬੰਦੇ ਤੋਂ ਇਖਤਿਆਰ ਕਰਦੇ ਨੇ ਤਾਂ ਉਸ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੇਰੇ ਤੋਂ ਇਹਨੇ ਸਪੇਸ ਇਖਤਿਆਰ ਕੀਤੀ ਹੈ। ਉਹ ਬਜਾਏ ਕਿ ਉਹਨੂੰ ਇਹ ਪੁੱਛਣ ਦੇ ਲੜਨ ਲੱਗ ਪਵੇ ਕਿ ਤੂੰ ਇਹ ਕੀ ਕਰ ਰਿਹਾ ਮੇਰੇ ਨਾਲ, ਤੂੰ ਕਿਉਂ ਮੈਨੂੰ ਬੁਲਾ ਨਹੀਂ ਰਿਹਾ, ਉਹਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਮੇਰੇ ਤੋਂ ਸਪੇਸ ਚਾਹੀਦੀ ਅਤੇ ਉਹ ਵੀ ਉਹਨੂੰ ਸਪੇਸ ਦਿੰਦਾ ਹੈ। ਬਸ ਇੱਥੇ ਇਹ ਵੇ ਕਿ ਇਸੇ ਤਰ੍ਹਾਂ ਹੀ ਨਿਜ਼ਾਮ ਚੱਲਦਾ ਅਤੇ ਇਹ ਇੱਕ ਦੂਜੇ ਨੂੰ ਸਮਝਦੇ ਨੇ। ਉਹ ਬਹੁਤ ਜ਼ਿਆਦਾ ਸ਼ੋਰ ਨਹੀਂ ਕਰਦੇ, ਲੜਾਈ ਝਗੜਾ ਨਹੀਂ ਕਰਦੇ। ਇਹ ਇਹਨਾਂ ਦਾ ਨਿਜ਼ਾਮ ਇਸ ਤਰ੍ਹਾਂ ਦਾ। ਲੇਕਿਨ ਇੱਕ ਦੂਜੇ ਨਾਲ ਪਿਆਰ ਲਾਜ਼ਮੀ ਕਰਦੇ ਨੇ, ਰਾਬਤੇ 'ਚ ਰਹਿੰਦੇ ਨੇ। ਮਾਂ ਬਾਪ ਬੱਚਿਆਂ ਦਾ ਬਹੁਤ ਇੱਥੇ ਪਿਆਰ ਹੈ। ਪਹਿਲੇ ਮੈਂ ਵੀ ਇਹੀ ਸਮਝਦਾ ਸੀ, ਲੇਕਿਨ ਕਿ ਜਦੋਂ ਮੈਂ ਆਹਿਸਤਾ ਇਹਨਾਂ ਨੂੰ ਵੇਖਣਾ ਵਾ ਅਤੇ ਮੈਨੂੰ ਅੰਦਾਜ਼ਾ ਹੁੰਦਾ ਕਿ ਇਹਨਾਂ ਦਾ ਬਹੁਤ ਅੱਛੀ ਬੌਂਡਿੰਗ ਹੁੰਦੀ ਹੈ ਫੈਮਿਲੀ ਦੇ ਵਿੱਚ ਨਾ। ਲੇਕਿਨ ਗੱਲ ਉਹੀ ਹੈ ਕਿ ਇੱਕ ਦੂਜੇ 'ਤੇ ਇਨਹਿਸਾਰ ਕਰਨਾ ਪਸੰਦ ਨਹੀਂ ਕਰਦੇ, ਡਿਪੈਂਡ ਹੋਣਾ ਪਸੰਦ ਨਹੀਂ ਕਰਦੇ ਅਤੇ ਪ੍ਰਾਈਵੇਸੀ ਦਾ ਇੱਕ ਦੂਜੇ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ, ਪਰਸਨਲ ਸਪੇਸ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ।